ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਧਰਮ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਧਰਮ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਸੁਣਤ ਆਨੰਦ ਭਏ ਸਿਖ ਸਾਰੇ। ਦੇ ਤੋ ਪਾਇਣ ਬੰਧਨ ਧਾਰੇ। ਸ੍ਰੀ ਗੁਰੂ ਹਰਗੋਬਿੰਦ ਬਿਨੰਦ। ਬਿਧੀ ਚੰਦ ਕੋ ਮਨ ਹੈ ਬ੍ਰਿੰਦ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਤ ਆਨੰਦ ਭਏ ਸਿਖ ਸਾਰੇ। ਦੇ ਤੋ ਪਾਇਣ ਬੰਧਨ ਧਾਰੇ। ਕਵਿਰਾਜ ਕਵੀ ਸੰਤੋਖ ਸਿੰਘ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਬਿਧੀ ਚੰਦ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ ਦਿਓ ਨਗਰ ਵਿੱਚ ਆਏ ਨੇ ਔਰ ਦਿਓ ਨਗਰ ਪਹੁੰਚਣ ਤੋਂ ਪਹਿਲੋਂ ਰਾਹ ਦੇ ਵਿੱਚ ਇੱਕ ਜੰਗਲ ਦੇ ਵਿੱਚ ਭਾਈ ਬਿਧੀ ਚੰਦ ਰੁਕੇ ਕਿ ਜਿਹੜੇ ਰੁੱਖ ਦੇ ਥੱਲੇ ਬੈਠੇ, ਰੁੱਖ ਸੁੱਕਾ ਹੋਇਆ ਸੀ, ਬੈਠਦਿਆਂ ਨਾਲ ਰੁੱਖ ਹਰਾ ਭਰਾ ਹੋ ਗਿਆ। ਇਹ ਖਬਰ ਜਿੱਥੇ ਲੋਕਾਂ ਨੇ ਸੁਣੀ, ਲੋਕਾਂ ਦੀ ਭੀੜ ਲੱਗੀ। ਉੱਥੇ ਇੱਕ ਫਕੀਰ ਹੈ ਜਿਹਦਾ ਨਾਂ ਸੁੰਦਰ ਸ਼ਾਹ, ਉਹਨੇ ਸੁਣਿਆ, ਈਰਖਾ ਦੇ ਵੱਸ ਹੋਇਆ, ਉਹ ਵੀ ਆਇਆ ਕਿ ਕਿਤੇ ਇਹ ਕੋਈ ਮਹਾਂਪੁਰਸ਼ ਐਡਾ ਹੋਵੇ ਕਿ ਮੇਰੀ ਮਾਨਤਾ ਜਿਹੜੀ ਹੁੰਦੀ ਹੈ ਮੇਰੀ ਥਾਂ 'ਤੇ ਇਹ ਮਾਨਤਾ ਆਪਣੀ ਕਰਾਉਣ ਲੱਗ ਜੇ। ਆਪਣੇ ਵੱਲੋਂ ਕਿਹੜੀ ਸ਼ੇਰ ਲੈ ਕੇ ਆਇਆ ਕਿ ਮੈਂ ਜਾ ਕੇ ਡਰਾਵਾਂਗਾ। ਇਹ ਸਾਰਾ ਪ੍ਰਸੰਗ ਆਪ ਜੀ ਨੇ ਸੁਣਿਆ, ਜਿੱਥੇ ਭਾਈ ਬਿਧੀ ਚੰਦ ਨੇ ਕਿਹੜੀ ਸ਼ੇਰ ਦਾ ਭਲਾ ਕੀਤਾ, ਉਹਦਾ ਉਧਾਰ ਕੀਤਾ। ਉੱਥੇ ਸੁੰਦਰ ਸ਼ਾਹ ਭਾਈ ਬਿਧੀ ਚੰਦ ਦਾ ਸਿੱਖ ਬਣਿਆ। 3 ਦਿਨ ਭਾਈ ਬਿਧੀ ਚੰਦ ਨੂੰ ਕੋਲ ਰੱਖ ਕੇ ਸੇਵਾ ਕੀਤੀ ਔਰ ਜਾਣ ਲੱਗਿਆ ਬਚਨ ਲਈ ਕਿ ਹੁਣ ਕਿਰਪਾ ਕਰੋ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਅਤੇ ਜਾਂ ਮੇਰੇ ਨਾਲ ਬਚਨ ਕਰਕੇ ਜਾਓ, ਜਦੋਂ ਮੈਂ ਸਰੀਰ ਛੱਡਾਂ ਉਦੋਂ ਤੁਸੀਂ ਮੈਨੂੰ ਦਰਸ਼ਨ ਦਿਓ, ਮੈਂ ਤੁਹਾਡੇ ਦਰਸ਼ਨ ਕਰਦਾ ਹੋਏ ਸਰੀਰ ਨੂੰ ਛੱਡ ਕੇ ਜਾਵਾਂ। ਔਰ ਭਾਈ ਬਿਧੀ ਚੰਦ ਨੇ ਕਹਿ ਦਿੱਤਾ ਕਿ ਜਿੱਦਣ ਸਰੀਰ ਸੁੰਦਰ ਸ਼ਾਹ ਜੀ ਤੁਸੀਂ ਛੱਡਣਾ, ਉਦਣ ਹੀ ਮੈਂ ਛੱਡਣਾ। ਅਤੇ ਬਚਨ ਕੀਤਾ ਕਿ ਸਰੀਰ ਛੱਡਣ ਤੋਂ ਪਹਿਲੋਂ ਮੈਂ ਤੇਰੇ ਕੋਲ ਇੱਥੇ ਤੇਰੇ ਨਾਲ ਬਚਨ ਕਰਨਾ ਕਿ ਮੈਂ ਇੱਥੇ ਪਹੁੰਚਾਂਗਾ। ਸੁੰਦਰ ਸ਼ਾਹ ਖੁਸ਼ ਹੋ ਗਏ। ਭਾਈ ਬਿਧੀ ਚੰਦ ਦਿਓ ਨਗਰ ਦੇ ਵਿੱਚ ਗਏ ਨੇ। ਉੱਥੋਂ ਦੇ ਸਿੱਖਾਂ ਨੂੰ ਜਿਨ੍ਹਾਂ ਨੇ ਚਿੱਠੀ ਲਿਖ ਕੇ ਭੇਜੀ ਸੀ ਕਿ ਸਾਨੂੰ ਆ ਕੇ ਦਰਸ਼ਨ ਦਿਓ, ਭਾਈ ਬਿਧੀ ਚੰਦ ਨੇ ਉਹ ਸਿੱਖਾਂ ਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਦਿੱਤਾ ਕਿ ਜਿਹੜੇ ਹੁਕਮਨਾਮੇ ਦੇ ਵਿੱਚ ਲਿਖਿਆ ਸੀ ਕਿ ਇਹ ਬਿਧੀ ਚੰਦ ਸਾਡਾ ਸਿੱਖ ਹੈ, ਇਹ ਬਿਧੀ ਚੰਦ ਨੂੰ ਸਾਡੇ ਸਰੂਪ ਜਾਣਿਓ, ਤੁਸੀਂ ਸਾਡੇ ਦਰਸ਼ਨ ਕਰਨੇ ਨੇ, ਬਿਧੀ ਚੰਦ ਦੇ ਦਰਸ਼ਨ ਕਰ ਲਓ, ਇੱਕੋ ਹੀ ਗੱਲ ਹੈ। ਇਹ ਸੁਣ ਕੇ ਸਾਰੇ ਸਿੱਖ ਜਿਹੜੇ ਬੜੇ ਪ੍ਰਸੰਨ ਹੋਏ ਨੇ। ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ, ਸਿੱਖਾਂ ਨੇ ਭਾਈ ਬਿਧੀ ਚੰਦ ਨੂੰ ਫਿਰ ਗੁਰੂ ਜਾਣ ਕੇ ਗੁਰੂ ਦਾ ਰੂਪ ਹੀ ਸਮਝਿਆ। ਭਾਈ ਬਿਧੀ ਚੰਦ ਦੇ ਚਰਨਾਂ ਵਿੱਚ ਭੇਟਾਵਾਂ ਆ ਕੇ ਰੱਖੀਆਂ, ਨਮਸਕਾਰਾਂ ਕੀਤੀਆਂ। ਸ੍ਰੀ ਹਰਗੋਬਿੰਦ ਮਨੰਦ ਬਿਧੀ ਚੰਦ ਕੋ ਮਾਨੇ ਬ੍ਰਿੰਦ। ਦਿਓ ਨਗਰ ਦੇ ਸਾਰੇ ਸਿੱਖ ਜਿਹੜੇ ਨੇ
ਉਹ ਭਾਈ ਬਿਧੀ ਚੰਦ ਨੂੰ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਰ੍ਹਾਂ ਮੰਨਣ ਲੱਗ ਗਏ, ਕਿਉਂਕਿ ਗੁਰੂ ਸਾਹਿਬ ਦਾ ਭੇਜਿਆ ਹੋਇਆ ਗੁਰੂ ਦਾ ਰੂਪ ਹੈ। ਬਸਨ ਬਿਭੂਖਣ ਜਰੇ ਜਵਾਹਰ ਜਬਰ ਅਜਾਇਬ ਜੇਬ ਸੁਜਾਹਰ। ਔਰ ਜਿਹੜੇ ਸਿੱਖਾਂ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹਤ ਬੜੇ ਲੰਬੇ ਸਮੇਂ ਤੋਂ ਸੀ, ਔਰ ਪਿੱਛੇ ਆਪ ਜੀ ਨੇ ਸਰਵਣ ਕੀਤਾ ਦੇਵਨਗਰ ਸਾਰਾ ਪਿੰਡ ਹੀ ਗੁਰੂ ਸਾਹਿਬ ਦੇ ਦਰਸ਼ਨ ਚਾਹੁੰਦਾ ਹੈ। ਇਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਦੀ ਕਾਰ ਭੇਟਾ ਕਈ ਸਾਲਾਂ ਤੋਂ ਇਕੱਠੀ ਕਰਕੇ ਰੱਖੀ ਹੋਈ ਹੈ, ਕਿ ਜਿੰਦੇ ਵਿੱਚੋਂ ਫਿਰ ਬਹੁਤ ਸਾਰੇ ਗਹਿਣੇ ਜੜਾਯੂ ਬੜੇ ਕੀਮਤੀ ਜਿਹੜੇ ਅਜਾਇਬ ਗਹਿਣੇ ਨੇ, ਅਜਾਇਬ ਚੀਜ਼ਾਂ ਨੇ, ਉਹ ਭਾਈ ਬਿਧੀ ਚੰਦ ਦੇ ਚਰਨਾਂ ਵਿੱਚ ਲਿਆ ਕੇ ਭੇਟ ਕੀਤੀਆਂ। ਭਾਂਤ ਭਾਂਤ ਕੇ ਭੋਜਨ ਭਾਵਤ ਪ੍ਰੇਮ ਭਾਉ ਤੇ ਭਲੇ ਅਚਾਵਤ। ਪਿੰਡ ਵਾਲੇ ਦੇਵਨਗਰ ਵਾਲੇ ਬੜੇ ਤਰ੍ਹਾਂ ਦੇ ਭੋਜਨ ਲੰਗਰ ਤਿਆਰ ਕਰਦੇ ਨੇ, ਬੜੇ ਪ੍ਰੇਮ ਦੇ ਨਾਲ ਹਰ ਕੋਈ ਚਾਹੁੰਦਾ ਹੈ ਕਿ ਭਾਈ ਬਿਧੀ ਚੰਦ ਜੀ ਅੱਜ ਸਾਡੇ ਕੋਲ ਛਕੇ। ਰਹਿਣ ਦਿਵਸ ਆਇਸ ਮਹਿ ਰਹਿ ਬਾਂਛ ਤਰਿਤੈ ਮਨੋਰਥ ਲਹਿ। ਦਿਨ ਰਾਤ ਭਾਈ ਬਿਧੀ ਚੰਦ ਦੀ ਆਗਿਆ ਵਿੱਚ ਸਿੱਖ ਰਹਿੰਦੇ ਨੇ, ਔਰ ਜੋ ਕੁਛ ਉਹਨਾਂ ਦੇ ਮਨ ਦੀ ਵੀ ਮਨੋਤ ਹੁੰਦੀ, ਭਾਵਨਾ ਹੁੰਦੀ, ਉਹ ਭਾਵਨਾ ਵੀ ਪੂਰੀ ਹੁੰਦੀ, ਕਿਉਂਕਿ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਦੇ ਕੇ ਭੇਜਿਆ ਸੀ ਕਿ ਬਿਧੀ ਚੰਦ ਜੋ ਬਚਨ ਕਹੋਗੇ ਉਹ ਸੱਚ ਹੋਣਗੇ। ਗੁਰਬਾਣੀ ਪਾਠ ਅਰਥ ਸਮੇਤ ਬਿਧੀ ਚੰਦ ਉਪਦੇਸ਼ ਤੋਂ ਦੇਤ। ਔਰ ਭਾਈ ਬਿਧੀ ਚੰਦ ਦੇ ਇੱਥੇ ਆਉਣ ਦਾ ਜਿਹੜਾ ਵਿਸ਼ੇਸ਼ ਕਾਰਨ ਸੀ, ਉਹ ਸੀ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨਾ। ਭਾਈ ਬਿਧੀ ਚੰਦ ਜੀ ਗੁਰੂ ਦੀ ਬਾਣੀ ਪੜ੍ਹਦੇ ਨੇ, ਫਿਰ ਉਹਦੇ ਅਰਥ ਕਰਕੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਜੋ ਗੁਰੂ ਦਾ ਉਪਦੇਸ਼ ਹੈ ਉਹ ਸਿੱਖਾਂ ਤੱਕ ਪਹੁੰਚਾਉਂਦੇ ਨੇ। ਗੁਰ ਮਹਿਮਾ ਸਿਮਰਤ ਸਤਨਾਮੂ ਹਉਮੈ ਤਿਆਗਣ ਮਨ ਅਬਸ ਬਿਸਰਾਮੂ। ਔਰ ਗੁਰੂ ਦੇ ਸ਼ਬਦਾਂ ਦੇ ਅਰਥ ਕਰਕੇ ਉਪਦੇਸ਼ ਦਿੰਦੇ ਨੇ। ਸਤਨਾਮ ਵਾਹਿਗੁਰੂ ਸਿਮਰਨ ਦਾ ਉਪਦੇਸ਼ ਦਿੰਦੇ ਨੇ, ਅੰਦਰ ਦੀ ਹਉਮੈ ਨੂੰ ਛੱਡਣ ਦਾ ਉਪਦੇਸ਼ ਦਿੰਦੇ ਨੇ ਕਿ ਅੰਦਰ ਦੀ ਹਉਮੈ ਕੱਢੀਏ, ਬਾਣੀ ਪੜ੍ਹੀਏ, ਨਾਮ ਜਪੀਏ, ਮਨ ਬਿਸਰਾਮੂ। ਮਨ ਜਿਹੜਾ ਹੈ ਉਹ ਇੱਕ ਥਾਂ 'ਤੇ ਫਿਰ ਰੁਕਦਾ ਹੈ, ਉਹ ਟਿਕਦਾ ਹੈ। ਦਇਆ ਖਿਮਾ ਸੁਚ ਸੰਜਮ ਧੀਰਜ ਧਰਮ ਪਰਾਇਣ ਸਾਚ ਸੋ ਬੀਰਜ। ਭਾਈ ਬਿਧੀ ਚੰਦ ਇਸ ਤਰ੍ਹਾਂ ਦੇ ਉਪਦੇਸ਼ ਦਿੰਦੇ ਨੇ ਕਿ ਭਾਈ ਦਇਆ ਖਿਮਾ ਸੁਚ ਸੰਜਮ ਧੀਰਜ ਧਰਮ, ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ, ਕਿਉਂਕਿ ਸੱਚ ਜਿਹੜਾ ਸਭ ਤੋਂ ਵੱਡਾ ਬਲਵਾਨ ਹੈ। ਇਸ ਸੱਚ ਦੇ ਰਸਤੇ ਤੁਸੀਂ ਚੱਲਣਾ ਹੈ, ਸੱਚ ਨੂੰ ਧਾਰਨ ਕਰਨਾ ਹੈ। ਗੁਰਸਿੱਖੀ ਨਿਰਮਲ ਸੰਤੋਸ਼ ਸਦਾ ਗੁਰੂ ਕੇ ਰਹੇ ਭਰੋਸ। ਭਾਈ ਬਿਧੀ ਚੰਦ ਜੀ ਦੱਸਦੇ ਨੇ ਭਾਈ ਗੁਰੂ ਦੀ ਸਿੱਖੀ ਬੜੀ ਨਿਰਮਲ ਹੈ, ਬੜਾ ਇਹਦੇ ਵਿੱਚ ਸੰਤੋਖ ਹੈ। ਜਿਹੜਾ ਸੰਤੋਖ ਦੇ ਤੇ ਗੁਰੂ ਦੇ ਭਰੋਸੇ ਤੇ ਰਵੇ। ਇਤਿਆਦਿਕ ਗੁਣ ਸਗਲ ਬਤਾਏ ਮਨ ਵਿਕਾਰ ਦੁਬਦਾ ਹਟਾਏ। ਇਤਿਆਦਿਕ ਜਿੰਨੇ ਗੁਣ ਨੇ ਭਾਈ ਬਿਧੀ ਚੰਦ ਜੀ ਸਾਰੇ ਦੱਸਦੇ ਨੇ ਕਿ ਜਿੰਦੇ ਨਾਲ ਅੰਦਰ ਦੀ ਦੁਬਦਾ ਖਤਮ ਹੋਈ, ਸਿੱਖਾਂ ਦੇ ਮਨ ਨਿਰਮਲ ਹੋਏ। ਗੁਰਮਤਿ ਸਿੱਖਣ ਮਹਿ ਉਪਜਾਏ ਦੁਰਮਤ ਮਤਸਰ ਆਦ ਮਿਟਾਏ। ਸਿੱਖਾਂ ਦੇ ਵਿੱਚ ਗੁਰਮਤਿ ਜਿਹੜੀ ਸੀ ਉਹ ਦ੍ਰਿੜ ਕਰਵਾਈ। ਅੰਦਰ ਦੀ ਜਿਹੜੀ ਭੈੜੀ ਮਤ ਸੀ, ਦੁਰਮਤ ਸੀ, ਉਹ ਸਿੱਖਾਂ ਦੇ ਅੰਦਰੋਂ ਦੂਰ ਕੀਤੀ। ਕਰ ਕਰ ਬਿਣਾ ਮਾਸ ਇਕ ਰਾਖਾ ਅਸਣ ਅਚਾਏ ਮ੍ਰਿਦਲ ਬਹੁ ਭਾਖਾ। ਭਾਈ ਬਿਧੀ ਚੰਦ ਜਦੋਂ ਹੀ ਆਉਣ ਲੱਗਦੇ ਨੇ ਕਿ ਹੁਣ ਮੈਂ ਵਾਪਸ ਕੀਰਤਪੁਰ ਸਾਹਿਬ ਜਾਣਾ ਹੈ, ਦੇਵਨਗਰ ਦੇ ਸਿੱਖ ਫਿਰ ਹੱਥ ਜੋੜਦੇ ਨੇ, ਪੈਰ ਫੜਦੇ ਨੇ ਕਿ ਕੁਝ ਦਿਨ ਹੋਰ ਰੱਖੋ, ਕੁਝ ਦਿਨ ਹੋਰ ਰਹੋ। ਬੇਨਤੀਆਂ ਕਰ ਕਰਕੇ ਭਾਈ ਬਿਧੀ ਚੰਦ ਨੂੰ 1 ਮਹੀਨਾ ਸਿੱਖਾਂ ਨੇ ਦੇਵਨਗਰ ਦੇ ਵਿੱਚ ਰੱਖਿਆ। ਔਰ ਬੜੀ ਭਾਵਨਾ ਨਾਲ ਹਰ ਕੋਈ ਚਾਹੁੰਦਾ ਸੀ ਕਿ ਘੱਟੋ ਘੱਟ ਇੱਕ ਵਾਰੀ ਸਾਡੇ ਘਰ ਆ ਕੇ ਪ੍ਰਸ਼ਾਦਾ ਛਕਣ। ਬੜੇ ਚਾਅ ਦੇ ਨਾਲ ਸਿੱਖ ਪ੍ਰਸ਼ਾਦਾ ਛਕਾਉਂਦੇ ਨੇ। ਗਮਨ ਹੇਤ ਬਹੁ ਬਾਰ ਉਚਰਿਓ ਸੰਗਤ ਤਬੈ ਵਿਸਰਜਨ ਕਰਿਓ। ਭਾਈ ਬਿਧੀ ਚੰਦ ਨੇ ਕਈ ਵਾਰੀ ਕਿਹਾ ਕਿ ਹੁਣ ਚੱਲਦੇ ਆ। ਬੇਨਤੀ ਕਰਦੇ ਕਰਦੇ 1 ਮਹੀਨਾ ਨਿਕਲ ਗਿਆ। ਫਿਰ ਜਦੋਂ ਭਾਈ ਬਿਧੀ ਚੰਦ ਕਹਿੰਦੇ ਨੇ ਕਿ ਗੁਰੂ ਦੇ ਕਾਰਜ ਵਾਸਤੇ ਆਇਆ ਸਾਂ, ਗੁਰੂ ਦੇ ਚਰਨਾਂ ਵਿੱਚ ਜਾਣਾ ਹੈ, 1 ਮਹੀਨੇ ਤੋਂ ਬਾਅਦ ਜਦੋਂ ਕਈ ਵਾਰੀ ਕਿਹਾ, ਦੇਵਨਗਰ ਦੇ ਸਿੱਖਾਂ ਨੇ ਉੱਥੋਂ ਭਾਈ ਬਿਧੀ ਚੰਦ ਨੂੰ ਫਿਰ ਵਿਦਿਆ ਕੀਤਾ।
ਅਰਪੇ ਹੈ ਜਿਨ ਕੀਮਤ ਭਾਰੇ, ਸੰਗ ਦਾਸ ਦਿਨਸ ਰਖਵਾਰੇ। ਕਿਉਂਕਿ ਦਿਓ ਨਗਰ ਦੀਆਂ ਸੰਗਤਾਂ ਨੇ ਭੇਟਾ ਬਹੁਤ ਇਕੱਠੀ ਕੀਤੀ ਹੋਈ ਸੀ। ਉਹਦੇ ਵਿੱਚੋਂ ਕੁਝ ਗੁਰੂ ਸਾਹਿਬ ਜੀ ਵਾਸਤੇ ਘੋੜੇ ਖਰੀਦੇ। ਭਾਈ ਬਿਧੀ ਚੰਦ ਨੂੰ ਘੋੜੇ ਅਰਪਣ ਕੀਤੇ ਕਿ ਘੋੜੇ ਲੈ ਕੇ ਜਾਓ। ਘੋੜੇ ਹੁਣ ਭਾਈ ਬਿਧੀ ਚੰਦ ਇਕੱਲੇ ਨਹੀਂ ਲਿਆ ਸਕਦੇ। ਇਸ ਕਰਕੇ ਨਗਰ ਦੇ ਕੁਝ ਸੇਵਕ ਦਾਸ ਜਿਹੜੇ ਨੇ ਉਹ ਸੰਗਤਾਂ ਨੇ ਨਾਲ ਦਿੱਤੇ ਕਿ ਘੋੜੇ ਛਡਾ ਕੇ ਆਉਣਗੇ। ਬਹੁ ਸਮਾਜ ਲੈ ਚੜਿਓ ਜਹਾਜੂ, ਆਇਓ ਉਤਰ ਕਰੇ ਗੁਰ ਕਾਜੂ। ਕਿਉਂਕਿ ਟਾਪੂ ਦੇ ਵਿੱਚ ਸਨ, ਇਹ ਘੋੜੇ ਲੈ ਕੇ ਸਾਜੋ ਸਮਾਨ ਲੈ ਕੇ ਸਮੁੰਦਰੀ ਜਹਾਜ਼ ਦੇ ਵਿੱਚ ਚੜ੍ਹੇ ਅਤੇ ਉਰਲੇ ਪਾਸੇ ਆ ਕੇ ਜਹਾਜ਼ ਤੋਂ ਜਿਹੜਾ ਉਤਾਰਾ ਕੀਤਾ। ਕੇਤਪੁਰ ਮਹਿਆਨ ਪ੍ਰਵੇਸ਼ਾ, ਅਗਰ ਉਪਾਇਨ ਕੀਨ ਅਸਿਕਸਾ। ਪੈਂਡਾ ਤੈਅ ਕਰਕੇ ਕੇਤਪੁਰ ਸਾਹਿਬ ਆਏ। ਭਾਈ ਬਿਧੀ ਚੰਦ ਨੇ ਤਕਰੀਬਨ 1.5 ਮਹੀਨੇ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ। ਔਰ ਭਾਈ ਬਿਧੀ ਚੰਦ ਜਾਣਦੇ ਨੇ ਉਹਨਾਂ ਵਾਸਤੇ ਬੜਾ ਲੰਬਾ ਸਮਾਂ ਸੀ। ਜੋ ਦਸਵੰਧ ਦੀ ਭੇਟਾ ਆਈ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੀ, ਗੁਰੂ ਸਾਹਿਬ ਨੂੰ ਨਮਸਕਾਰ ਕੀਤੀ। ਪਰਿਓ ਬਚਨ ਪਰ ਬੰਧਨ ਠਾਨੀ, ਪਰਿਓ ਚਰਨ ਪਰ ਬੰਧਨ ਠਾਨੀ। ਮੁਖ ਮੁਸਕਾਏ ਦੇਖ ਕਹਿ ਬਾਨੀ। ਜਦੋਂ ਭਾਈ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਲੰਮੇ ਪੈ ਗਏ ਨਾ, ਤੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾ ਕੇ ਬਚਨ ਕੀਤੇ। ਕਹਿਣ ਲੱਗੇ, ਬਿਧੀ ਚੰਦ ਜਨਮ ਧਨ ਜਗ ਭਇਓ ਤੁਹਾਰਾ, ਰਹੋ ਸੁਧਾਰਤ ਗੁਰ ਕਰ ਕਾਰਾ। ਕਿ ਭਾਈ ਬਿਧੀ ਚੰਦ ਤੁਹਾਡਾ ਜਨਮ ਜਿਹੜਾ ਸਫਲ ਹੋ ਗਿਆ, ਤੁਹਾਡੀ ਸੇਵਾ ਪ੍ਰਵਾਨ ਹੋ ਗਈ। ਤੁਸੀਂ ਗੁਰੂ ਘਰ ਦੇ ਬੜੇ ਕਾਰਜ ਸਵਾਰੇ ਨੇ। ਬਿਧੀ ਚੰਦ ਆਨੰਦ ਬਿਲੰਦੇ, ਪਰਸ ਪਦਾਰਥ ਬਿੰਦ ਕਰ ਬੰਦੇ। ਭਾਈ ਬਿਧੀ ਚੰਦ ਪਹਿਲੋਂ ਆਨੰਦ ਵਿੱਚ ਸਨ। ਗੁਰੂ ਸਾਹਿਬ ਦੇ ਬਚਨ ਸੁਣ ਕੇ ਹੋਰ ਅੰਦਰ ਆਨੰਦ ਆਇਆ। ਸਤਿਗੁਰ ਦੇ ਚਰਨ ਹੋਰ ਘੁੱਟ ਕੇ ਫੜ ਲਏ। ਇਹ ਸਭ ਰਾਵਰ ਕੇ ਬਹੁ ਕਰਨਾ, ਦਾਸ ਦੇਣ ਨੇ ਕਿਆ ਹੈ ਕਰਨਾ। ਭਾਈ ਬਿਧੀ ਚੰਦ ਕਹਿੰਦੇ, ਸਤਿਗੁਰੂ ਜੀ ਤੇ ਸਾਰੀ ਤੁਹਾਡੀ ਹੀ ਕਿਰਪਾ ਹੈ ਕਿ ਮੇਰੇ ਦਾਸ ਦੇ ਵਿੱਚ ਇੰਨੀ ਕਿੱਥੇ ਸਮਰੱਥਾ ਮੈਂ ਕੁਝ ਕਰ ਸਕਾਂ। ਇਹ ਕਰਾਉਣ ਵਾਲੇ ਤਾਂ ਤੁਸੀਂ ਆਪ ਹੀ ਹੋ। ਬਸ ਆਪਣੇ ਦਾਸਾਂ ਨੂੰ, ਮੇਰੇ ਵਰਗੇ ਗਰੀਬਾਂ ਨੂੰ ਤੁਸੀਂ ਸਤਿਕਾਰ ਬਖਸ਼ ਦਿੰਦੇ ਹੋ। ਬਸਨ ਬਭੂਖਣ ਧਨ ਗਨ ਲਿਆਇਓ, ਸਿਰ ਸਤਿਗੁਰੂ ਕੇ ਅਗਰ ਟਿਕਾਇਓ। ਹੁਣ ਜੋ ਦੇਵਨਗਰ ਤੋਂ ਗਹਿਣੇ ਬਸਤਰ ਘੋੜੇ ਆਦਿਕ ਲਿਆਂਦਾ ਸੀ, ਘੋੜੇ ਬਾਹਰ ਖੜ੍ਹ ਕੀਤੇ ਨੇ। ਬਾਕੀ ਸਾਰੀ ਭੇਟਾ ਗੁਰੂ ਸਾਹਿਬ ਦੇ ਅੱਗੇ ਰੱਖੀ ਹੈ। ਸਿੱਖ ਕੁਝ ਦੇਵਨਗਰ ਦੇ ਨਾਲ ਆਏ ਨੇ। ਘੋਰੇ ਚੱਪਲ ਸਗਲ ਦਰਸਾਇਵ, ਅਰਪੇ ਪੱਗ ਪੰਕਜ ਲਪਟਾਇਵ। ਭੇਟਾ ਅੱਗੇ ਰੱਖ ਕੇ ਭਾਈ ਬਿਧੀ ਚੰਦ ਕਹਿੰਦੇ, ਸਤਿਗੁਰੂ ਜੀ ਕੁਝ ਬੜੇ ਸੋਹਣੇ ਬੜੇ ਚੰਚਲ ਘੋੜੇ ਵੀ ਸਿੱਖਾਂ ਨੇ ਭੇਟਾ ਕੀਤੇ ਨੇ। ਸਤਿਗੁਰੂ ਜੀ ਨੂੰ ਨਾਲ ਲਿਆ। ਉਹ ਸਾਰੇ ਜਿਹੜੇ ਨੇ ਘੋੜੇ ਵੀ ਗੁਰੂ ਸਾਹਿਬ ਜੀ ਨੂੰ ਦਿਖਾਏ। ਕਹਿ ਭੁਜ ਪ੍ਰਭ ਨਿਜ ਕੰਠ ਲਗਾਇਓ, ਬ੍ਰਹਮ ਗਿਆਨ ਮਨ ਵਿਖੇ ਟਿਕਾਇਓ। ਗੁਰੂ ਸਾਹਿਬ ਜੀ ਨੇ ਜਦੋਂ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉੱਠਦਾ ਹੀ ਨਹੀਂ ਸੀ ਨਾ, ਬਾਹਾਂ ਤੋਂ ਫੜਿਆ, ਘੁੱਟ ਕੇ ਛਾਤੀ ਦੇ ਨਾਲ ਲਾਇਆ। ਔਰ ਬਿਧੀ ਚੰਦ ਤੇ ਕਿਰਪਾ ਪਹਿਲੋਂ ਬੜੀ ਸੀ। ਛਾਤੀ ਦੇ ਨਾਲ ਲਾਉਂਦਿਆਂ ਭਾਈ ਬਿਧੀ ਚੰਦ ਨੂੰ ਬ੍ਰਹਮ ਦਾ ਗਿਆਨ ਹੋਇਆ। ਅਧਿਕ ਪ੍ਰਸੰਨ ਹੋਏ ਟਿਕ ਰੱਖੈ, ਨਿਜ ਮਨ ਬਾਤ ਤਾਹੇ ਸੋ ਭਾਖੈ। ਔਰ ਸਤਿਗੁਰੂ ਜੀ ਬਿਧੀ ਚੰਦ ਨੂੰ ਬਹੁਤ ਹੀ ਖੁਸ਼ ਹੋ ਕੇ ਆਪਣੇ ਨਾਲ ਰੱਖਦੇ ਸਨ। ਆਪਣੀ ਹਰ ਇੱਕ ਗੱਲ ਭਾਈ ਬਿਧੀ ਚੰਦ ਨਾਲ ਸਭ ਤੋਂ ਪਹਿਲੋਂ ਸਾਂਝੀ ਕਰਦੇ ਸਨ। ਇਸ ਪ੍ਰਕਾਰ ਦਿਨ ਗੁਰੂ ਬਿਤਾਵੈ, ਗੁਰ ਸਿੱਖੇ ਮਗ ਬਹੁ ਬਿਦਤਾਵੈ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਰਹਿ ਕੇ ਦਿਨ ਬਤੀਤ ਕਰਦੇ ਨੇ। ਸਿੱਖੀ ਦਾ ਬਹੁਤ ਪ੍ਰਚਾਰ ਅਤੇ ਪ੍ਰਸਾਰ ਇਸ ਢੰਗ ਨਾਲ ਸਿੱਖਾਂ ਨੂੰ ਦੂਰ ਦੂਰ ਭੇਜ ਕੇ ਕਰਦੇ ਨੇ। ਤੀਰ ਸਤਰਵ ਜਾਇ ਨਿਹਾਰੈ, ਜਲ ਨਿਰਮਲ ਕੇ ਸਿਵਤ ਉਚਾਰੈ। ਕਦੇ ਕਦੇ ਗੁਰੂ ਸਾਹਿਬ ਜੀ ਸਤਲੁਜ ਦੇ ਕੰਢੇ 'ਤੇ ਜਾਂਦੇ ਨੇ, ਕਿਉਂਕਿ ਉਦੋਂ ਜਲ ਵੀ ਭਰ ਕੇ ਦਰਿਆ ਵਗਦੇ ਹੁੰਦੇ ਸਨ। ਨਿਰਮਲ ਪਵਿੱਤਰ ਜਲ ਹੁੰਦਾ ਸੀ। ਨਿਰਮਲ ਜਲ ਨੂੰ ਵੇਖ ਕੇ ਬੜੀਆਂ ਸਿਫਤਾਂ ਕਰਦੇ ਸਨ। ਪਾਣੀ ਬੜਾ ਠੰਡਾ ਅਤੇ ਬੜਾ ਸਾਫ਼ ਹੈ। ਪਾਵਸ ਰਿਤ ਜਗ ਮਹਿ ਪ੍ਰਗਟਾਈ, ਚੌਂਦਿਸ ਸਗਨ ਘਟਾ ਕੁਰਿਆਈ। ਸਮਾਂ ਆਇਆ, ਬਰਸਾਤ ਦਾ ਮੌਸਮ ਆਇਆ, ਸਾਉਣ ਭਾਦਰੋਂ ਦੇ ਮਹੀਨੇ ਆਏ।
ਸਾਰੇ ਪਾਸੇ ਆਕਾਸ਼ ਵਿੱਚ ਘਟਾਵਾਂ ਛਾਈਆਂ। ਬਰਨ ਬਰਨ ਕੇ ਜਲ ਧਾਰ ਬਰਖੈ, ਮਿੱਟੀ ਤਪਤ ਜੰਤੂ ਜਨ ਹਰਖੈ। ਕਿਉਂਕਿ ਗਰਮੀ ਤੋਂ ਬਾਅਦ ਹੁਣ ਮੀਂਹ ਪੈਂਦੇ ਨੇ, ਤਪਸ਼ ਘਟਦੀ ਹੈ। ਜਿੰਨੇ ਜੰਤੂ ਨੇ, ਜੀਵ ਜੰਤੂ ਨੇ, ਸਾਰੇ ਪ੍ਰਸੰਨ ਹੁੰਦੇ ਨੇ। ਨੀਰ ਨਵੀਰ ਨਦੀ ਮਹਿ ਚੱਲੈ, ਕੂਲਣ ਕੋ ਢਾਹਤ ਜਨ ਗਿਲੈ। ਤੇ ਨਦੀ ਦੇ ਵਿੱਚ ਨਵਾਂ ਪਾਣੀ ਆਉਂਦਾ ਮੀਂਹ ਕਰਕੇ ਭਰਿਆ ਹੋਇਆ, ਤੇ ਕਦੇ ਇੰਨਾ ਜ਼ਿਆਦਾ ਹੁੰਦਾ ਕਿ ਨਦੀ ਕੰਢਿਆਂ ਨੂੰ ਢਾਹ ਕੇ ਦੂਰ ਤੱਕ ਚੱਲਦੀ ਹੈ। ਤ੍ਰਿਣ ਕਾਸ਼ਟ ਸੰਚੈ ਬਹੁ ਬਹੈ, ਜਲ ਜੰਤੂ ਉਛਲਤ ਸੁਖ ਲਹੈ। ਪਾਣੀ ਦੇ ਵਿੱਚ ਬਹੁਤ ਸਾਰਾ ਘਾਹ ਤੇ ਲੱਕੜਾਂ ਜਿਹੜੀਆਂ ਨੇ ਉਹ ਗਿੱਲੀਆਂ ਹੁੰਦੀਆਂ ਨੇ। ਨਦੀ ਦੇ ਵਿੱਚ ਬਹੁਤ ਸਾਰੀਆਂ ਲੱਕੜਾਂ ਜਿਹੜੀਆਂ ਨੇ ਉਹ ਤੈਰਦੀਆਂ ਹੋਈਆਂ ਹੁੰਦੀਆਂ ਨੇ। ਪਰ ਜਿਹੜੇ ਪਸ਼ੂ ਨੇ, ਪੰਛੀ ਨੇ, ਉਹ ਖੁਸ਼ੀ ਦੇ ਨਾਲ ਬੜੇ ਉਛਲਦੇ ਨੇ, ਕਿਉਂਕਿ ਗਰਮੀ ਦੂਰ ਹੋਈ। ਘਾਹ ਜਿਹੜਾ ਹੈ ਉਹ ਹਰਿਆ ਭਰਿਆ ਹੋਇਆ ਹੈ। ਕੰਨ ਘੋਰਨ ਤੇ ਮੂਰਨ ਸ਼ੋਰ, ਸੁਣੀਅਤ ਕੀਰਤਪੁਰ ਚੋਂ ਔਰ। ਕੀਰਤਪੁਰ ਦੇ ਚਾਰੇ ਪਾਸੇ ਜਿੱਥੇ ਬੱਦਲਾਂ ਦੀ ਆਵਾਜ਼ ਸੁਣਦੀ, ਉੱਥੇ ਬਹੁਤ ਸਾਰੇ ਮੋਰਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ। ਬਿਨਾ ਧੂੜ ਤੇ ਸੈਲ ਵਿਸਾਲੇ, ਖਰੇ ਤਰੋਵਰ ਫਲਤ ਰਸਾਲੇ। ਹੁਣ ਰੁੱਖਾਂ ਦੇ ਉੱਤੇ ਕਿਉਂਕਿ ਮਿੱਟੀ ਘਟਾ, ਧੂੜ ਨਹੀਂ ਰਹੀ, ਹਰੇ ਭਰੇ ਰੁੱਖ ਬੜੇ ਸੋਹਣੇ ਲੱਗਦੇ ਨੇ। ਤੇ ਜਿਹੜੇ ਖੜੇ ਹੋਏ ਦਰਿਆ ਦੇ ਕੰਢੇ ਤੇ ਰੁੱਖ ਨੇ, ਉਹ ਫਲਾਂ ਦੇ ਨਾਲ ਭਰੇ ਹੋਏ ਨੇ। ਭਾਂਤ ਭਾਂਤ ਕੇ ਸ਼ੋਭਾ ਹੋਤ, ਸਤਿਗੁਰ ਹੇਰੇ ਤੇ ਆਨੰਦ ਉਦੋਤ। ਇਸ ਚੌਮਾਸੇ ਤੋਂ ਬਾਅਦ ਕਹਿੰਦੇ ਬੜੀ ਤਰ੍ਹਾਂ ਦੀ ਸ਼ੋਭਾ ਹੁੰਦੀ, ਸਾਰੇ ਪਾਸੇ ਹਰਿਆਵਲ ਹੈ। ਗੁਰੂ ਸਾਹਿਬ ਜੀ ਵੇਖ ਕੇ ਬੜਾ ਆਨੰਦ ਮਾਣਦੇ ਨੇ। ਹਰਿਆਵਲ ਹੋਏ ਸਭ ਰਵਣੀ, ਇੰਦ ਬਧੂ ਜੁਤ ਦੇਖਣ ਅਮਣੀ। ਸਾਰੇ ਹਰਿਆਵਲ ਧਰਤੀ ਜਿਹੜੀ ਹਰੀ ਭਰੀ ਹੋ ਗਈ। ਔਰ ਗੁਰੂ ਸਾਹਿਬ ਜੀ ਬੜੇ ਖੁਸ਼ ਹੋ ਕੇ ਵੇਖਦੇ ਨੇ। ਇਵੇਂ ਕਵੀ ਸੰਤੋਖ ਸਿੰਘ ਨੇ ਉਦਾਹਰਨ ਦਿੱਤੀ ਕਿ ਜਿਵੇਂ ਘਰ ਵਿੱਚ ਨਵੀਂ ਵਹੁਟੀ ਆਵੇ ਨਾ, ਤੇ ਸਾਰੇ ਫਿਰ ਬੜੇ ਚਾਅ ਦੇ ਨਾਲ ਵੇਖਦੇ ਨੇ। ਗੁਰੂ ਸਾਹਿਬ ਜੀ ਇਸ ਨਵੀਂ ਰੁੱਤ, ਨਵੀਂ ਹਰੀ ਹਰਿਆਵਲ ਨੂੰ ਇਸੇ ਤਰ੍ਹਾਂ ਵੇਖ ਵੇਖ ਕੇ ਖੁਸ਼ ਹੋ ਰਹੇ ਨੇ। ਸਾਵਣ ਯਾਰ ਭਾਦਰੋ ਜੁਗ ਮਾਸ, ਕੀਰਤਪੁਰ ਮੈਂ ਕਰੇ ਬਿਲਾਸ। ਇਹ ਸਾਉਣ ਭਾਦਰੋਂ ਦਾ ਮਹੀਨਾ ਇਸੇ ਤਰ੍ਹਾਂ ਆਨੰਦ ਬਿਲਾਸ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਕਰਦੇ ਨੇ। ਸ਼ਬਦ ਕੀਰਤਨ ਹੋਏ ਸਦਾਏ, ਸੁਣ ਸੁਣ ਸਿੱਖਣ ਗੁਰਮਤਿ ਭਾਈ। ਕਹਿੰਦੇ ਨੇ ਗੁਰੂ ਕੇ ਸਿੱਖ ਸ਼ਬਦ ਸੁਣਦੇ ਨੇ। ਸ਼ਬਦ ਕੀਰਤਨ ਹਰ ਰੋਜ਼ ਦੋਵੇਂ ਟਾਈਮ ਹੁੰਦਾ ਹੈ। ਸਿੱਖ ਸੁਣ ਸੁਣ ਕੇ ਗੁਰਮਤਿ ਨੂੰ ਦ੍ਰਿੜ ਕਰਦੇ ਨੇ, ਸਿੱਖੀ ਨੂੰ ਧਾਰਨ ਕਰਦੇ ਨੇ। ਇੱਥੇ ਕਵੀ ਸੰਤੋਖ ਸਿੰਘ ਨੇ ਅਧਿਆਇ ਨੰਬਰ 35 ਖਤਮ ਕੀਤਾ ਹੈ। ਅਧਿਆਇ ਨੰਬਰ 36 ਇੱਥੋਂ ਸ਼ੁਰੂ ਕਰਦੇ, ਫਿਰ ਲਿਖਦੇ ਨੇ। ਦੋਹਰਾ ਪਾਵਸ ਬਰਖਾ ਅਦ ਕਹਿਵੋ, ਸਰਤਾ ਸੈਲਣ ਸੈਲ। ਸ੍ਰੀ ਹਰਗੋਬਿੰਦ ਬਹੁ ਕਰੈ, ਨੀਚੇ ਉੱਚੇ ਗੈਲ। ਕਹਿੰਦੇ ਬਰਸਾਤ ਦੇ ਵਿੱਚ ਵਰਖਾ ਜ਼ਿਆਦਾ ਹੋਣ ਕਰਕੇ ਨਦੀ ਬਹੁਤ ਪਾਣੀ ਜਿਹੜਾ ਚੜ੍ਹਿਆ ਹੁੰਦਾ ਸੀ। ਗੁਰੂ ਸਾਹਿਬ ਜੀ ਵੇਖਦੇ ਨੇ ਪਹਾੜਾਂ ਦੇ ਉੱਤੇ ਕਦੇ ਉੱਚੀ ਥਾਂ ਤੇ ਕਦੇ ਨੀਵੀਂ ਥਾਂ ਤੇ ਸੈਰ ਕਰਨ ਵੀ ਜਾਂਦੇ ਨੇ। ਪਾਵਸ ਇਸੇ ਪ੍ਰਕਾਰ ਬਿਤਾਏ, ਸਰਦ ਸੁੰਦਰੀ ਰਿਤ ਪੁਣਿਆਈ। ਕਹਿੰਦੇ ਬਰਸਾਤ ਦੇ ਮਹੀਨੇ ਇਸੇ ਤਰ੍ਹਾਂ ਬਤੀਤ ਕੀਤੇ। ਫਿਰ ਠੰਡੀ ਠੰਡੀ ਜੀ ਰੁੱਤ ਆਈ, ਅੱਗੇ ਠੰਡ ਦੀ ਰੁੱਤ ਸ਼ੁਰੂ ਹੋਈ। ਭਏ ਸੇਤ ਘਨ ਜਲ ਕੋ ਸ਼ੋਰ, ਬਿਮਲ ਆਕਾਸ਼ ਭਇਓ ਚੋਹ ਔਰ। ਜਲ ਨੂੰ ਕਹਿੰਦੇ ਛੱਡ ਕੇ ਸਾਰੇ ਪਾਸੇ ਹੁਣ ਸਫੇਦੀ ਛਾ ਗਈ। ਜਿੱਥੇ ਹਰਿਆਵਲ ਸੀ, ਜਿੱਥੇ ਕਾਲੀ ਘਟਾ ਸੀ, ਕਿਉਂਕਿ ਬੱਦਲ ਸਾਫ਼ ਹੋ ਗਏ, ਸਾਰੇ ਪਾਸੇ ਚਿੱਟਾ ਚਿੱਟਾ ਨਜ਼ਰ ਆਉਂਦਾ, ਆਕਾਸ਼ ਸਾਫ਼ ਹੋ ਗਿਆ। ਕਬ ਕਬ ਸ੍ਰੀ ਗੁਰੂ ਦਿੱਤਾ ਚਰੈ, ਵਹਿਰ ਖੇਰ ਬ੍ਰਿਤ ਕੋ ਕਰੈ। ਕੀਰਤਪੁਰ ਸਾਹਿਬ ਰਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਬਹੁਤ ਘੱਟ ਜਾਂਦੇ ਨੇ। ਜਾ ਕਹਿ ਲਈ ਕਿ ਬਹੁਤ ਗਏ ਨਹੀਂ, ਪਰ ਬਾਬਾ ਗੁਰਦਿੱਤਾ ਜੀ ਉਹ ਕਦੇ ਕਦੇ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਂਦੇ ਨੇ। ਬਾਂਛਤ ਲੇਤ ਸੰਗ ਅਸਵਾਰ, ਵਿਚਰੇ ਜਹ ਕਹਿ ਵਿਪਨ ਮਝਾਰ। ਕਿਉਂਕਿ ਪਹਾੜੀਆਂ ਨੇ, ਜੰਗਲੀ ਇਲਾਕਾ ਹੈ,
शिकार उत्थे बहुत मिलता है। बाबा गुरदित्ता जी अपने जिन्ने उन्होंने लोड़ होंदी उन्ने सैनिकां नूं सूरबीर योधे नूं नाल लैंदे ने ते पहाड़ां विच उन्हां जंगलां विच शिकार खेडण जांदे ने। श्री हरगोबिंद सिरता कहे बहुर वहर बहु गमने नहीं। इत्थे कवि संतोख सिंह जी लिखते कि गुरु साहिब जी जदों दे कीरतपुर साहब आए ने वो शिकार खेडन नहीं गए, वो एक थां ते टिके हुए ने। करण अखेर अरुण बाज तजो रखबो सवाण रुबाज। एक तरह के नाल गुरु साहिब जी ने जिवें शिकार खेडना छड्ड ही दिता। बाज भी अपने कोल बहुता नहीं रखते, घोड़े ते चढ़ के शिकार खेडन भी नहीं जाते। जुगम समय शुभ सभा लगावें शब्द रवाबे सुंदर गावें। दोवें टाइम अपनी सभा लाउंदे ने। देखो सभा लगती है जिथे आसा की वार का भोग पाया जाता है। दिन चढ़े भोग पैंदा, भोग तो बाद गुरु साहब जी सभा लाउंदे ने। और पहलों इस तरह हुंदा सी, सभा पहलों भी लाउंदे सन, पर जदों कदे शिकार खेडण दा जित करदा सी फिर सभा जां थोड़ा समा लाउंदे सन जां उस दिन लाउंदे ही नहीं सन। पर हुण कवि संतोख सिंह जी लिखते हैं दोवें टाइम रवाबी जिथे कीर्तन करते हैं गुरु साहब जी दोवें टाइम सभा ला के बैठते हैं। सिख संगत चहुंदिस ते आए लियाए उपायन को समुदाय। चार पासियां दी सिख संगत आउंदी है और बहुत सारे उपहार भेटावां लैके आउंदी है। अरपे दर्श करे बड़ भागे चरण स्पर्शे प्रेम सुभागे। जिन्हां दे वड्डे भाग हुंदे सन वो गुरु साहब दे आके दर्शन करते सन, गुरु के चरणों नूं स्पर्श करते सन, गुरु साहब के चरणों च मत्था टेक के अपने वड्डे भाग समझते सन। सुने बचन सिमरे सतनामो पाए श्रे को गमने धामू। फिर कला मत्था ही नहीं सेकते, गुरु साहब के बचन भी सुनते सन ते कल्ले सुनते नहीं सन। उन्हां बचनां नूं फिर जीवन दे विच लागू भी करते सन, कमाउंदे सन कि जिंदे नाल उन्हां दी मुक्ति हुंदी सी, जिउंदे मुक्त होके घरां नूं जांदे सन। महाजंग होयो बहुअरे काबल अद के नर मरे। क्योंकि महाजंग करतारपुर दे जंग नूं महाजंग लिखिया, वड्डा जंग सी, 1 लाख दे करीब। काबल तक दे जिहड़े पठान चढ़ के आए सारे मारे गए सन। वो तो दिल्ली यादगपुर बासी लरे गुरु संग भए बिनासी। इत्थों तक कि दिल्ली तक दे जिहड़े सूरमे ने गुरु साहब जी नाल आके लड़े, पर लरे गुरु संग भए बिनासी होया कि उन्हां दा नाश ही होया। गुरु सूरता बिदत जहान बड़ बहादुर करें बखान। हुण काबल तो लैके लाहौर तो लैके दिल्ली तक गुरु साहब जी के सूरबीर दे योद्धियां दी जिहड़ी गल फैल गई कि वड्डे सूरमे ने, वड्डे बहादुर ने, बड़ बहादुर करे बखान। सारे कहते ने गुरु साहब जी बड़े बहादुर बड़े बलवान ने। अलप चमू जिन के रह पासे लाखों शतरण करे बिनासी। नाले गल्लां करते ने, नाले लोग हैरान होंदे ने दिल्ली तक कि जिन्हां कोल सेना भी थोड़ी जी रहिंदी है, 1000 1500 2000, पर जे किते लड़ाई पै जाए तो लखा लख नूं मार के सट दिंदे ने सेना दा, फिर भी कुछ नहीं बिगड़दा। एडे बहादुर ने। सिर पेरन के पीर विशाला बड़ मेरन के मेर सुचाला। हुण हर कोई कहंदा है कि गुरु साहब जी पीरां दे वड्डे पीर ने। जिथे पीरां दे पीर ने उत्थे मेरां दे भी वड्डे मेर ने, उत्थे पातशाहां दे पातशाह ने। शाह जहां जिन सो लरहारे अपर वापरे कहाँ विचारे। हर किसी के मूँह ते गल सी कि जेड़े गुरु साहब जी नाल लड़ के बादशाह शाहजहां तक हार गया तो होर छोटे मोटे राजे ते अगे उनके गुरु साहब के अगे विचारे की ने, उन्हां ते की लड़ना है। 4 बार कर रारख पाए जीवित को नह सदन पठाए। क्योंकि इन्हां ने बादशाह ते बादशाह के बंदियां ने 4 वारी जंग की, 4 वारी हमला इन्हां ने किया। तो जिन्ना इन्हां ने हमला किया, जिन्ना इन्हां ने रौला पाया, जिन्ने चढ़ के आए फिर जिंदा वापस घर नूं कोई नहीं सी गया। बिद त्यो जगत बिलंद प्रसंग मरे हजारों जोधा जंग। सतगुरु दे ये 4 जंगां दे किस्से पूरे जहान दे विच फैल गए जी।
कि हज़ारां ही मर गए, ਜਿਹੜੇ चढ़ाई करके आए सारे मारे गए। देश विदेशन विधवा तुरकन रुदत घने सिर छाती हन हन, क्योंकि लोगों ने सुनिया देशों विदेशों के विच कि ये पठानियाँ तुरकानियाँ इन्नियां ज़्यादा विधवा हो गई, घर घर दे विच छातियां पेटदियां हुई वैन पाउंदियां हुई लोगों को सुनाई दित्तियां। लरे गुरु सो पीर जो पीर करामात कामल बड़ मेर। होर हर कोई कहता कि उन्होंने तो रोना पिटना ही है, कि जिन्हां दे बंदे पीरां दे पीर गुरु नाल आके लड़न, कि जिहड़े करामातां दे विच आप मालक ने करामातां दे। अरियो सुमरियो बचो पलायो हजरत लश्कर बरिंद मरायो। हर कोई गल्लां करदा कि जिहड़ा भी अड़िया वो मारिया गया। जंग दे विच जिहड़ा कोई जान बचा के भज गया, भज के ते बच गए, नहीं तो बादशाह ने जिन्ने भेजो सारे गुरु साहब ने खपाए। सब देशन में मुगल पठान सैयद आद संबंधी जान। सारे देश विच चाहे कोई मुगल से, कोई पठान से, कोई सैयद सी, सब दे साग संबंधियों को पता लग्या कि गुरु ते जिहड़ा भी हमला करके कोई गया ना वो बचिया नहीं। मिल मिल सिफत घने कोठानत बड़े बहादुर बहुत बखानत। ये मुगल पठान सैयद भावें लखां की गिनती के मारे भी गए, पर हुण दुश्मन भी गुरु साहब की सिफत करते हैं। हर पठान सैयद मुगल ये सारे कहते हैं गुरु साहब जी सचमुच बड़े बहादुर ने, बड़े योद्धे ने। अल्प चमू जुत रहत हमेशा लाखों आवत हथे अशीशा। ये दुश्मन मुगल पठान भी गुरु की सिफत करते हैं कि थोड़े जे सिख अपने को रखते हैं, तो जे कोई लख गिनती में लख फौज लैके भी आ जाए तो उन्होंने मार खपाते हैं। किस को सुत रोवत बिल लावै को भराता सिमरत दुख पावै। क्योंकि दूरों दूरों चढ़ के आए सन, लख बंदा कोई थोड़ा नहीं सी। कोई अपने भरा ਲਈ रोंदा, कोई पुत ਲਈ रोंदा, कोई पुत प्यो ਲਈ रो रहा है। चाचा भतीजा कितक पुकारै किसको पित सुत गुरन उचारै। कोई अपने चाचे लिए रो रहा, कोई चाचा अपने भतीजे लिए रोंदा कि मारिया गया। कोई प्यो लिए रोंदा तो कोई पुत्र अपने प्यो लिए, तो कोई पुत अपने प्यो लिए रो रहा है। देश विदेश तुर्क तुरकानी को आवत को जात मकानी। देशां विदेशों के विच तुर्कां दे घरां दे विच कोई मकाने आ रहा है तो कोई मकाने हो के जा रहा है। जित कित ग्राम नगर समुदाया सुनत शब्द गान रुद्र उठाया। कवि संतोख सिंह जी लिखते हैं कि जलंधर तो लैके काबल तक पिशौर तक जिथे किथे इन्हां तुर्कां दे मुगलों के पठाणा के घर ने उन्हां दे विचों रोण की ही आवाज़ सुनी। मिल मिल पेटत सिर मुख छाती लेहे नाम गुण कर बख्याती। बीबियां जिहड़ियां ने वो रोंदियां ने पिटदियां ने, कोई अपने पति नूं, कोई अपने भरा नूं, कोई अपने पुत्र नूं। उन्हां दे नां लै लै के उन्हां दे गुण याद करदियां ने कि छड्ड के चला गया। इस जग मह बड माचो शोर भणे बेरता सतगुर जोर। इस पूरे जगत विच रौला मच गया जी, गुरु साहब जी वर्गा योद्धा कोई नहीं। सतगुरु योद्धियां ते योद्धे ने। सुन सुन सिख संगत हर खावैं देश विदेशन ते चले आवैं। जिथे दुश्मन भी गुरु साहब की सिफत करते हैं नाले डरते हैं, उत्थे गुरु के सिख खुश होंदे ने। देशा विदेशा तो फिर विशेष तौर पर दर्शन करने आउंदे ने कि हुण गुरु साहब जी कीरतपुर साहब ने। मग मैं सुनते आए बिरतांत जह कह मिले करे नर बात। क्योंकि बहुत दूर दूर तो सिख संगतां टोले बन के आउंदियां ने ना। राह दे विच जदों किते नगर च किसी पिंड च रुकदियां ने, कोई सिख मिलदा है, वो गुरु साहब के जंग युद्ध दीयां गल्लां करदे ने, उन्हां तो सुन सुन के सिख खुश हो के आ रहे ने। एक दिवस बाबा गुर दिता चढ़े अखेर करन के चित्ता। कहते एक इस तरह एक दिन बाबा गुर दिता जी उन्होंने चित्त में आया कि अज शिकार खेडन चलीए। घोड़े ते सवार होए तो शिकार खेडन चल पे। केतक साथ चले असवार चप्पल तुरंगम जीनन डार। ते कल्ले नहीं, कुछ को घोड़सवार भी नाल लए।
क्योंकि गुरु घर दे विच ना तो घोड़ियां की कमी सी, घोड़े एक तो एक चंचल ते कीमती सन, उन्हां ते काठियां पाईयां गईयां। संग तुपंग लई कस गोरे, उठ प्रभात गमने बने ओरे। उस दिन सवेरे उठदे नाल ही बस जदों आसक वार दा भोग पाया, दिन चढ़िया, उदों ही बंदूकां जिहड़ियां कस लियां। किसी ने किरपानां नाल लईआं ने, किसी ने तीर कमान लए ने, ते पहाड़ां नूं जंगलां नूं चल पे। खोजत फिरत ससे गण सूकर, मृगण अनेकन ले संग कूकर। क्योंकि जदों शिकार खेडण जाना नाल फिर कोई ना कोई बाज ते शिकारी कुत्ते लैके जाते सन। जंगल दे विच लभदे रहे, कोई साहे मिल, कोई सूर मिल। गिरे के गिर के जरन बिख्या विचरन ते, ऊच नीच थल चढ़ उतरन ते। बाबा गुरदित्ता जी दे नाल दे सिख जिहड़े ने पहाड़ दीयां जड़ां दे विच विच फिरदे रहे, थल्ले थल्ले, कदे थोड़े जुत्ते चढ़ जांदे ने, कदे थल्ले उतर जांदे ने। फिरे बहुत ही खोजत झारण, सबल बिखम सम करे निहारण। अज शिकार खेडण वास्ते गए सिख बाबा गुरदित्ता जी लभदे रहे कि आम तौर पर झाड़ियां दे विच हिरन वगैरह सूर वगैरह मिलते सन, झाड़ियां दे विच लभदे रहे। गुरसुत बिचरत पे बन माही, प्राप्त कितु अखेरा नाही। गुरसुत गुरु पुत्र बाबा गुरदित्ता जी भी जंगल च फिरते रहे। सवेर दे चढ़े, दोपहर हो गए, पर अज कोई शिकार नहीं मिलिया। दिवस चढ़ियो बड़ घाम उपन्ना, विचरत रहे ना को मृग हन्ना। दोपहर हो गई, गर्मी हो गई, पर शिकार नहीं मिलिया, कोई हिरन नहीं अज मिलिया। दूर दूर लो फिरे सौर, खोजत गिरन के गिरदरे थल भूर। सूर में दूर दूर तक लभण गए जी, पहाड़ां दी जड़ां तो लैके कुछ पहाड़ां तो उत्ते तक भी चढ़े, पर शिकार नहीं मिलिया। तेनू चरत होती एक बन मैं, संगणे पात समूह विचरण मैं। हुण जदों सिख उच्चे थां ते दूर निकल के लभदे लभदे, कहंदे उस पहाड़ दे उत्ते संघणियां झाड़ियां सन। कुछ जिहड़े गऊ चारक ने उत्थे गऊआं नूं चरा रहे सन, गऊआं चरदियां सन। एक असवार फिरत नेहरे, जाने गए ना दूर बडेरी। एक घोड़ असवार ने देखिया कि इत्थे झाड़ियां दे विच कोई पशु है जिहड़ा घाह चरता पिया, पर नज़र नहीं आई कि गां है। उर मैं लख्यो सो पाड़ा महा, सरिंगण सहित चरत है इहाँ। उस घोड़सवार सूरमे ने गां दा केवल थोड़ा जिहा सिंग देखिया, तो इस तरह लग्या कि जिवें बड़ा वड्डा हिरन है, सिंगां वाला है, कि हिरन दे ये सिंग ने, ये वड्डा पाड़ा है, पर नज़र नहीं आई ये गां है। व्याकल हो तो घाम ते सोए, विचरत अधिक थकत पुन होए। क्योंकि हुण कुछ गर्मी सी, जिंदे करके व्याकल भी हो गया सिख, कि सवेर दे तुरे फिरने कोई शिकार ही नहीं मिलिया। पर सिंह वेखदिया नाल एकदम मन दे विच उत्साह आया कि मिल गया, आखिर शिकार ते मिलिया। एक इन कारण ते नहन पछानी, देखल सरिंग मिर्ग लिए जानी। गर्मी करके, व्याकुल होने करके, सवेर का कोई शिकार ना मिलन करके बहुती पछाण नहीं आई कि गां है जां कोई होर है। कहंदे कारण सी कि जिंदे करके ये समझ लिया कि वड्डा कोई हिरन है। हुण ये सिख ने जिवें इस गां नूं मारना है गलती दे नाल, ये सारा सिख जिहड़ा प्रसंग आपां कल विचारांगे समय के मुताबिक। अज इतनी बेनती प्रवान करनी है जी, हुई भुलां दी खिमा। आओ एक दो बारी रसना दे नाल लाइए, हाजरी फिर समाप्ति है जी। वाहेगुरु 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 वाहेगुरु।
ਵਾਹਿਗੁਰੂ